13ਵਾਂ ਕਾਂਡ। ਘੱਲੂਘਾਰਾ ਛੋਟਾ। ਸਰਦਾਰ ਸ਼ਾਮ ਸਿੰਘ ਦਾ ਜੱਥਾ ਨਦੀ ਤੋਂ ਪਾਰ 5-5 ਕੋਹ 'ਤੇ ਡੇਰੇ ਲਾਈ ਬੈਠਾ ਸੀ ਔਰ ਸਿੰਘ ਭੋਜਨਾਂ ਦਾ ਆਹਰ ਕਰ ਰਹੇ ਸਨ। ਸਰਦਾਰ ਸਾਹਿਬ ਵੀ ਇੱਕ ਮੈਦਾਨ ਵਿੱਚ ਬੈਠੇ ਬਲਵੰਤ ਸਿੰਘ ਨੂੰ ਉਡੀਕ ਰਹੇ ਸਨ। ਅਚਾਨਕ ਬਲਵੰਤ ਸਿੰਘ ਆਪਣੇ ਸਾਥੀਆਂ ਸਣੇ ਸਤਵੰਤੀ ਭੈਣ ਨੂੰ ਸਹੀ ਸਲਾਮਤ ਲੈ ਕੇ ਪਹੁੰਚ ਪਿਆ। ਸੁੰਦਰੀ ਨੂੰ ਵੇਖ ਕੇ ਸ਼ਾਮ ਸਿੰਘ ਵੱਡਾ ਗਦਗਦ ਹੋਇਆ ਔਰ ਸਿਰ 'ਤੇ ਪਿਆਰ ਦੇ ਕੇ ਪਾਸ ਬਿਠਾਇਆ। ਇਹ ਖੁਸ਼ੀ ਦੀ ਖਬਰ ਅੱਖ ਦੇ ਫੋਰ ਵਿੱਚ ਸਭ ਖਾਲਸੇ ਨੇ ਸੁਣ ਪਾਈ ਔਰ ਦੇਵੀ ਭੈਣ ਨੂੰ ਇੱਕ ਇੱਕ ਜਣਾ ਆਣ ਕੇ ਮਿਲਿਆ। ਸੁੰਦਰੀ ਭਾਵੇਂ ਆਪਣੇ ਧਰਮ 'ਤੇ ਨਿਸ਼ਚੇਵਾਨ ਹੋਣ ਕਰਕੇ ਬੜੀ ਹਠੀ ਹੋ ਰਹੀ ਸੀ, ਪਰੰਤੂ ਇਸ ਕਸ਼ਟ ਵਿਖੇ ਰੰਗ ਕੁਝ ਪੀਲਾ ਪੈ ਗਿਆ ਸੀ ਔਰ ਚਿਹਰਾ ਉਤਾਰੇ ਵਿਖੇ ਹੋ ਗਿਆ ਸੀ। ਇਹ ਗੱਲ ਕੇਵਲ ਧਰਮ ਕੌਰ ਨੇ ਤਾੜੀ ਸੀ, ਜਿਸ ਦਾ ਲੂੰ ਸੁੰਦਰੀ ਦੇ ਪ੍ਰੇਮ ਵਿੱਚ ਰੱਤਾ ਹੋਇਆ ਸੀ। ਗੱਲ ਕਾਦੀ, ਸੁੰਦਰੀ ਔਰ ਸਰਬੱਤ ਖਾਲਸੇ ਨੇ ਭੋਜਨ ਛਕਿਆ ਔਰ ਥੋੜ੍ਹੇ ਚਿਰ ਮਗਰੋਂ ਕੂਚ ਕਰ ਦਿੱਤਾ ਅਤੇ ਮੰਜ਼ਲ ਮਾਰ ਕੇ ਕਾਹਨੂਵਾਲ ਦੇ ਲਾਗੇ ਆਪਣੇ ਭਰਾਵਾਂ ਪਾਸ ਝੱਲ ਵਿੱਚ ਜਾ ਆਪੜੇ। ਸਰਦਾਰ ਸ਼ਾਮ ਸਿੰਘ ਦੇ ਅਪੜਨ ਤੋਂ ਅੱਗੇ ਸਰਦਾਰ ਕਰੋੜਾ ਸਿੰਘ, ਸਰਦਾਰ ਹਰੀ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦ, ਨਵਾਬ ਕਪੂਰ ਸਿੰਘ, ਸਰਦਾਰ ਸੁੱਖਾ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਗੁਰਦਿਆਲ ਸਿੰਘ, ਸਰਦਾਰ ਹੀਰਾ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਆਦਿ ਜਥੇਦਾਰ ਸਰਦਾਰ, ਜੋ ਉਸ ਸਮੇਂ ਖਾਲਸੇ ਵਿੱਚ ਆਗੂ ਸਨ ਔਰ ਵੱਡੇ ਯੋਧੇ ਤੇ ਸੱਚੇ ਸਿੰਘ ਸਨ, ਅੱਪੜ ਚੁੱਕੇ ਸਨ। ਜਦ ਸਰਦਾਰ ਸ਼ਾਮ ਸਿੰਘ ਪਹੁੰਚਿਆ ਤਦ ਵੱਡੇ ਆਦਰ ਭਾਅ ਨਾਲ ਕੀ ਭਰਾਵਾਂ ਨਾਲੋਂ ਵੀ ਅਧਿਕ ਸਨੇਹ ਨਾਲ ਮਿਲੇ। ਸੁੰਦਰੀ ਦੀ ਵਿਥਿਆ ਤੇ ਜਸ ਤੇ ਪੰਥ ਦੀ ਸੇਵਾ ਦਾ ਚਰਚਾ ਵੀ ਸਾਰੇ ਫੈਲਿਆ ਹੋਇਆ ਸੀ। ਉਹ ਵੀ ਸਭਨਾਂ ਨੂੰ ਮਿਲ ਕੇ ਖੁਸ਼ ਹੋਈ। ਅੱਜ ਭਾਵੇਂ ਸਾਰੇ ਸਿੰਘ ਵਿਪਤ ਕਾਲ ਵਿੱਚ ਇਕੱਠੇ ਹੋਏ ਸਨ, ਪਰ ਉਹਨਾਂ ਦਾ ਪ੍ਰੇਮ ਅਜਿਹਾ ਸੀ ਕਿ ਜਿਸ ਦੀ ਉਪਮਾ ਇਸ ਜਗਤ ਵਿੱਚ ਨਹੀਂ ਲੱਜਦੀ। ਇਹ ਗੱਲ ਵਾਸਤਵ ਵਿੱਚ ਇਸ ਸਮੇਂ ਠੀਕ ਦਿਸਦੀ ਸੀ ਕਿ ਇਹ ਸਾਰੇ ਇੱਕ ਮਾਤਾ ਪਿਤਾ ਦੀ ਔਲਾਦ ਸਨ ਔਰ ਸਭੇ ਸਕੇ ਭਰਾ ਸਨ। ਕਿਸੇ ਭਰਾ ਨੂੰ ਕਿਸੇ ਨਾਲ ਵੈਰ ਨਹੀਂ ਸੀ। ਸਭ ਦੇ ਸੀਨੇ ਪੰਥਕ ਪਿਆਰ ਨਾਲ ਭਰੇ ਪਏ ਸਨ। ਵੱਡੇ ਛੋਟੇ ਸਾਰੇ ਇੱਕ ਦੂਜੇ ਨਾਲ ਕਿਸੇ ਗੱਲ ਦਾ ਵੇਰਵਾ ਨਹੀਂ ਰੱਖਦੇ ਸਨ। ਗੁਰੂ ਦਾ ਪਿਆਰ ਦਿਲਾਂ ਵਿੱਚ ਸੀ ਤੇ ਪੰਥ ਲਈ ਸਭ ਦੇ ਅੰਦਰ ਕੁਰਬਾਨੀ ਭਰੀ ਪਈ ਸੀ। ਜਥੇਦਾਰ ਸਰਦਾਰ ਤਾਂ ਸਨ, ਪਰ ਬੰਦੋਬਸਤ ਦੀ ਖਾਤਰ ਉਂਝ ਤਾਂ ਆਪਣੇ ਆਪ ਨੂੰ ਮਾਤਾ ਸਾਹਿਬ ਦੇਵਾਂ ਦੇ ਪੁੱਤਰ ਜਾਣਦੇ ਸਨ ਤੇ ਸਿੰਘ ਜਥੇਦਾਰਾਂ ਦਾ ਸਨਮਾਨ ਬੜਾ ਕਰਦੇ ਸਨ। ਜਥੇਦਾਰਾਂ ਦੇ ਹੁਕਮ ਤੋਂ ਕੋਈ ਸਿਰ ਨਹੀਂ ਸੀ ਫੇਰਦਾ। ਰਾਤ ਨੂੰ ਫਿਰ ਗੁਰਮਤਾ ਹੋਇਆ। ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲਿਆਏ ਕਿ ਲਖਪਤ ਕੋਈ ਲਗਭਗ 1,00,000 ਸੈਨਾ ਪੈਦਲ ਪਿਆਦੇ ਔਰ ਤੋਪਖਾਨਾ ਲੈ ਕੇ ਇਸ ਪਾਸੇ ਦੱਬੀ ਆ ਰਿਹਾ ਹੈ। ਖਾਲਸੇ ਨੇ ਸੋਚਿਆ ਕਿ ਸਾਡਾ ਜੱਥਾ 20-25 ਹਜ਼ਾਰ ਹੋਸੀ, ਪਰ ਉਹ ਲੱਖਾਂ ਦੀ ਗਿਣਤੀ ਵਿੱਚ ਹਨ। ਫਿਰ ਸਾਡੇ ਪਾਸ ਸਮਾਨ ਕੁਛ ਨਹੀਂ, ਅੰਨ ਦਾਣੇ ਦਾ ਪੂਰਾ ਬੰਦੋਬਸਤ ਨਹੀਂ, ਕੀ ਕੀਤਾ ਜਾਵੇ। ਇਸ ਵੇਲੇ ਜੋ ਵਿਚਾਰਾਂ ਔਰ ਦਲੀਲਾਂ ਤੇ ਦਾਨਾਈ ਦੀ ਬਹਿਸ ਹੋਈ, ਉਸ ਦੀ ਉਪਮਾ ਨਹੀਂ ਹੋ ਸਕਦੀ। ਭਾਵੇਂ ਅੱਜ ਕੱਲ੍ਹ ਦੇ ਸੁਖੀ ਲੋਕ ਉਸ ਸਮੇਂ ਦੇ ਲੋਕਾਂ ਨੂੰ ਅਨਪੜ੍ਹ ਆਖਦੇ ਹਨ, ਪਰ ਨਿੱਤ ਦੀਆਂ ਲੋੜਾਂ ਤੇ ਦੁੱਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਤੇ ਜੋ ਜਾਨ ਉਹਨਾਂ ਵਿੱਚ ਗੁਰੂ ਆਦਰਸ਼ ਨੇ ਭਰੀ ਸੀ, ਉਸ ਦਾ ਹੁਲਸਾਊ ਉਹਨਾਂ ਨੂੰ ਸੱਕੇ ਵੀਰ ਬਣਾ ਕੇ ਅਮਲੀ ਅਕਲਾਂ ਸਿਖਾਲਦਾ ਸੀ। ਉਸ ਵੇਲੇ ਜੀਵਨ ਉੱਚੇ ਸਨ, ਪੰਥਕ ਪਿਆਰ ਅੱਤ ਦਾ ਸੀ, ਖੁਦਗਰਜੀ ਸਿੱਖਾਂ ਵਿੱਚ ਨਹੀਂ ਸੀ। ਪੰਥਕ ਕੰਮਾਂ ਤੋਂ ਆਪਾ ਵਾਰਦੇ ਸਨ। ਉਸ ਰਾਤ ਦਾ ਗੁਰਮਤਾ ਕੋਈ ਆਪੋ ਵਿੱਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ, ਨਾ ਨਿੱਜ ਪੇਟ ਪਾਲੂ ਧਰਮ ਹਿਤੈਸ਼ੀਆਂ ਦੀ ਕੁੱਕੜਾਂ ਵਾਲੀ ਲੜਾਈ ਸੀ, ਨਾ ਆਪਣੀ ਨਿੱਜ ਦੀ ਦੁਸ਼ਮਣੀ ਪਿੱਛੇ ਕਿਸੇ ਭਰਾ ਦਾ ਬੇੜਾ ਗਰਕ ਕਰਨ ਦਾ ਮਨਸੂਬਾ ਸੀ, ਨਾ ਕੋਈ ਫੂੰ-ਫਾਂ ਤੇ ਦਿਖਾਵੇ ਦਾ ਜਲਸਾ ਸੀ। ਉਸ ਵੇਲੇ ਗੁਰਮਤਾ ਸੱਚੇ ਸਿੱਖਾਂ ਦੀ ਉਸ ਦਾਨਾਈ ਦੇ ਪੂਰਨਿਆਂ ਉੱਤੇ ਤੁਰਨ ਦਾ ਆਹਰ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਪੁੱਤਰਾਂ ਨੂੰ ਸਿਖਾ ਗਏ ਸਨ, ਔਰ ਜਿਸ ਨੂੰ ਸ਼ੌਕ ਹੈ ਕਿ ਅੱਜ ਕੱਲ੍ਹ ਦੇ ਚੁਫੇਰ ਗੜੀਏ ਸਿੱਖ ਭੁਲਾ ਰਹੇ ਹਨ। ਉਸ ਵੇਲੇ ਦੇ ਗੁਰਮਤੇ ਦੇ ਸਿਰ ਪੰਥ ਦੀ ਆਉਣ ਵਾਲੀ ਦਸ਼ਾ ਦਾ ਸਾਰਾ ਨਿਰਭਰ ਕਰਦਾ ਸੀ, ਜੋ ਉਸ ਵੇਲੇ ਦੇ ਗੁਰਮਤੇ ਵਿੱਚ ਅੱਜ ਕੱਲ੍ਹ ਦੇ ਕਈ ਪਾਲਿਸੀਬਾਜ਼
ਅਕਲ ਦੇ ਮੱਟ ਸਿੱਖਾਂ ਵਰਗੇ ਸਿੰਘ ਹੁੰਦੇ ਤਾਂ ਪੱਕਾ ਨਿਸ਼ਚਾ ਸੀ ਕਿ ਉਸ ਵੇਲੇ ਸਿੱਖਾਂ ਦਾ ਖੁਰਾ ਖੋਜ ਮਿਟ ਜਾਂਦਾ। ਪਰ ਇਹ ਹੁੰਦਾ ਕਿਉਂ? ਗੁਰੂ ਮਹਾਰਾਜ ਜੀ ਪੰਥ ਦੇ ਵਾਲੀ ਸਦਾ ਅੰਗ ਸੰਗ ਹਨ ਔਰ ਸੱਚੇ ਸਿੰਘਾਂ ਦੇ ਹਰ ਵੇਲੇ ਸਹਾਈ ਹਨ। ਗੱਲ ਕਾਦੀ? ਗੁਰਮਤੇ ਦਾ ਸਿੱਟਾ ਇਹ ਨਿਕਲਿਆ ਜੋ ਖਾਲਸੇ ਦਾ ਸਾਰਾ ਦਲ ਕਾਹਨੂੰਵਾਲ ਦੇ ਅਪਾਰ ਬਨ ਤੇ ਝੱਲਾਂ ਦੇ ਵਿੱਚ ਵੜ ਗਿਆ। ਰਸਦ ਪਾਣੀ ਜਿੰਨਾ ਕੁਝ ਇਕੱਠਾ ਹੋ ਸਕਿਆ ਸੀ ਨਾਲ ਅੰਦਰ ਲੈ ਗਏ। ਬਾਕੀ ਛੰਭ ਦਾ ਸ਼ਿਕਾਰ ਤੇ ਬੰਨ ਦਾ ਸ਼ਿਕਾਰ ਔਰ ਵੈਰੀ ਦਲ ਦੀ ਲੁੱਟਮਾਰ, ਇਹ ਖਾਲਸੇ ਦਾ ਮਹਿਕਮਾ ਕਮ ਸਰੇਟ ਸੀ। ਬੰਦੂਕ, ਤੀਰ, ਡਾਂਗਾਂ, ਨੇਜੇ, ਤਲਵਾਰ ਇਹ ਹਥਿਆਰ ਸਨ। ਬੰਨ ਖਾਲਸੇ ਦਾ ਕਿਲ੍ਹਾ ਸੀ ਤੇ ਆਪੋ ਵਿੱਚ ਪ੍ਰੇਮ ਤੇ ਗੁਰੂ ਦਾ ਆਸਰਾ ਇਹ ਤਾਕਤ ਸੀ। ਲਖਪਤ ਸਭ ਪਾਸਿਓਂ ਸਿੱਖਾਂ ਨੂੰ ਧੱਕ ਰਿਹਾ ਸੀ। ਸਾਰੇ ਲੁਕੇਵੇਂ ਦੇ ਥਾਵਾਂ ਤੋਂ ਧੱਕੇ ਸਿੰਘ ਇੱਧਰ ਆ ਰਹੇ ਸਨ। ਇੱਧਰ ਉੱਧਰ ਲੁਕੇ ਛੁਪੇ ਸਾਰੇ ਆ ਇਕੱਠੇ ਹੋਏ। ਲਖਪਤ ਨੇ ਉੱਥੇ ਆ ਕੇ ਡੇਰਾ ਜਮਾਇਆ, ਪਰ ਬੰਨ ਅਜਿਹਾ ਸੀ ਕਿ ਉਸ ਵਿੱਚ ਲਖਪਤ ਦਾ ਜਾਣਾ ਕਠਨ ਸੀ। ਇਹ ਬੰਨ ਵੱਡਾ ਸੰਘਣਾ ਔਰ ਕੰਡੈਲੇ ਬ੍ਰਿਛਾਂ ਨਾਲ ਭਰਪੂਰ ਸੀ। ਇਸ ਦੇ ਰਸਤੇ ਸਿਵਾ ਗੁਰੂ ਕੇ ਸ਼ੇਰਾਂ ਦੇ ਹੋਰ ਕਿਸੇ ਨੂੰ ਮਾਲੂਮ ਨਹੀਂ ਸਨ। ਇਹ ਬੰਨ ਨਹੀਂ ਸੀ, ਖਾਲਸੇ ਦਾ ਲੋਹਮਈ ਕਿਲ੍ਹਾ ਸੀ ਜਿਸ ਵਿੱਚ ਲਖਪਤ ਦੀਆਂ ਤੋਪਾਂ ਬੇਅਸਰ ਸਨ। ਬਾਹਰ ਹੀ ਬੈਠਾ ਸਮੇਂ ਦੀ ਤਾੜ ਕਰਦਾ ਰਿਹਾ, ਪਰ ਉਲਟੀ ਪੈਂਦੀ। ਸਿੰਘ ਬਹਾਦਰ ਰਾਤ ਨੂੰ ਬੰਨ ਵਿੱਚੋਂ ਸ਼ੇਰਾਂ ਵਾਂਗ ਨਿਕਲਦੇ ਔਰ ਲਖਪਤ ਦੀ ਸੈਨਾ ਪਰ ਟੁੱਟ ਪੈਂਦੇ। ਹਜ਼ਾਰਾਂ ਦੇ ਆਹੂ ਲਾਉਂਦੇ, ਗੋਲੀ ਬਾਰੂਦ ਹਥਿਆਰ ਖਾਣਾ ਦਾਣਾ ਲੁੱਟਦੇ ਤੇ ਦਿਨ ਹੋਣ ਤੋਂ ਅੱਗੇ ਅੱਗੇ ਫੇਰ ਬੰਨ ਵਿੱਚ ਜਾ ਘੁਸਦੇ। ਸਮਾਨ ਘੱਟ ਸਨ, ਪਰ ਤਦ ਵੀ ਸੁੰਦਰੀ, ਧਰਮ ਕੌਰ ਔਰ 8-9 ਹੋਰ ਜਥਿਆਂ ਦੇ ਵੈਦ ਸਿੰਘ ਤੇ ਸੇਵਕ ਮੱਲਮ ਪੱਟੀ ਕਰਨ ਵਾਸਤੇ ਘਾਇਲ ਭਰਾਵਾਂ ਦੀ ਸੇਵਾ ਕਰਦੇ। ਸਿੱਖਾਂ ਦੇ ਚੁਪੌਲ ਤੇ ਰਾਤਾਂ ਦੇ ਕੀਤੇ ਹੱਲੇ ਅਜਿਹੇ ਅਚਨਚੇਤ ਹੁੰਦੇ ਔਰ ਅਜਿਹੇ ਜ਼ੋਰ ਦੇ ਪੈਂਦੇ ਕਿ ਦੁਸ਼ਮਣ ਦੰਗ ਰਹਿ ਜਾਂਦੇ। ਜਿਸ ਥਾਂ ਉਹ ਪਕਿਆਈ ਕਰਦੇ ਔਰ ਤਕੜੇ ਹੁੰਦੇ, ਉਧਰ ਸਿੱਖ ਨਜ਼ਰ ਵੀ ਨਾ ਕਰਦੇ। ਕਮਜ਼ੋਰ ਪਾਸੇ ਵੱਲ ਜਾ ਬਿਜਲੀ ਵਾਂਗ ਕੜਕਦੇ। ਬਿਜਲਾ ਸਿੰਘ ਔਰ ਕਈ ਸੂਈਏ ਦੁਸ਼ਮਣ ਦੇ ਦਲਾਂ ਵਿੱਚ ਭੇਸ ਵਟਾ ਕੇ ਜਾ ਨਿਕਲਦੇ, ਪਰ ਵੈਰੀਆਂ ਨੂੰ ਪਤਾ ਨਾ ਲੱਗਣ ਦਿੰਦੇ। ਇੱਕ ਦਿਨ ਇੱਕ ਸੂਈਆ ਫੜਿਆ ਗਿਆ। ਲਖਪਤ ਨੇ ਉਸ ਨੂੰ ਬ੍ਰਿਸ਼ ਨਾਲ ਬਣਵਾ ਕੇ ਜਿਉਂਦਾ ਸੜਵਾ ਦਿੱਤਾ। ਉਸ ਰਾਤ ਭਾਈ ਬਿਜਲਾ ਸਿੰਘ ਇਕੱਲੇ ਨੇ ਖੂਬ ਬਦਲਾ ਲਿਆ। ਅੱਧੀ ਰਾਤ ਦੇ ਵੇਲੇ ਦਾਊਂ ਤਾੜ ਕੇ ਸਿਲਾਖਾਨੇ ਨੂੰ ਅੱਗ ਲਾਉਂਦਾ ਹੀ ਆਪ ਖਿਸਕ ਗਿਆ। ਉਸ ਅੱਗ ਨੇ ਬੜਾ ਨੁਕਸਾਨ ਕੀਤਾ। ਕਈ ਹਜ਼ਾਰ ਦਾ ਗੋਲਾ ਬਾਰੂਦ ਸੜ ਗਿਆ। ਆਪਣੇ ਹੀ ਸਿਲਾਖਾਨੇ ਦੇ ਫਟਣ ਨਾਲ ਆਪਣੇ ਲਸ਼ਕਰੀ ਵੀ ਬਹੁਤ ਮੋਏ ਤੇ ਫੱਟੜ ਹੋਏ। ਅਗਲੇ ਦਿਨ ਲੱਖੂ ਪਾਸ ਚਿੱਠੀ ਪੁੱਜੀ, ਸਿੱਖ ਪਰਜਾ ਦੇ ਸੁੱਖ ਲਈ ਲੜਦੇ ਹਨ, ਤੂੰ ਜ਼ਾਲਮ ਹੋ ਕੇ ਆਪਣਿਆਂ ਨੂੰ ਮਾਰਦਾ ਹੈ, ਸਾਈਂ ਦਾ ਭੌ ਕਰ। ਇਸ ਪ੍ਰਕਾਰ ਕੁਝ ਸਮਾਂ ਬੀਤਿਆ। ਲਖਪਤ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਔਰ ਖਰਚ ਵੀ ਬਹੁਤ ਉੱਠ ਗਿਆ, ਪਰ ਉੱਥੇ ਪ੍ਰਵਾਹ ਕੀ ਸੀ? ਪਾਤਸ਼ਾਹੀ ਖਜ਼ਾਨਾ ਬਥੇਰਾ ਸੀ। ਇੱਧਰ ਖਾਲਸੇ ਦਾ ਖਾਣਾ ਦਾਣਾ ਮੁੱਕ ਗਿਆ, ਛੰਭ ਦੇ ਜੰਤੂ ਵੀ ਮੁੱਕ ਗਏ ਤੇ ਜੰਗਲ ਵਿੱਚ ਸ਼ਿਕਾਰ ਵੀ ਨਾ ਹੁਣ ਲੱਭੇ। ਹਜ਼ਾਰਾਂ ਆਦਮੀ ਖਾਣ ਵਾਲੇ, ਸ਼ਿਕਾਰ ਕਿੱਥੋਂ ਵੱਧਦਾ ਜਾਏ? ਜੰਗਲ ਵਿੱਚ ਜੋ ਫਲ ਫੁੱਲ ਕੁਝ ਮਾੜਾ ਮੋਟਾ ਸੀ ਸੋ ਵੀ ਫਤਿਹ ਗਜਾ ਗਿਆ। ਗੋਲੀ ਬਾਰੂਦ ਮੁੱਕ ਗਿਆ। ਉਧਰੋਂ ਲੱਖੂ ਦੀ ਸੈਨਾ ਵੀ ਰਾਤ ਨੂੰ ਚੁਕੰਨੀ ਰਹਿਣ ਲੱਗੀ। ਰਾਤ ਦੀ ਲੁੱਟਮਾਰ ਵਿੱਚ ਸਿੰਘਾਂ ਦੇ ਹੱਥ ਕੁਝ ਘੱਟ ਵੱਧ ਹੀ ਲੱਗਦਾ। ਰੁੱਤ ਵੀ ਕਰੜੀ ਹੋ ਗਈ। ਇਹ ਵੇਲਾ ਡਾਢੇ ਘਬਰਾ ਦਾ ਸੀ, ਪਰ ਦਿਲ ਨਾ ਹਾਰਨ ਵਾਲਾ ਖਾਲਸਾ ਗੁਰੂ ਤੇ ਆਸ ਰੱਖੀ ਜੜ੍ਹਾਂ ਤੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗਾ। ਇੱਕ ਦਿਨ ਰਾਤ ਨੂੰ ਗੁਰਮਤਾ ਹੋ ਰਿਹਾ ਸੀ ਕਿ ਭਾਈ ਵਿਨੋਦ ਸਿੰਘ ਸੂਈਆ ਆ ਪਹੁੰਚਾ। ਆਖਣ ਲੱਗਾ ਕਿ ਖਾਲਸਾ ਜੀ, ਗੁਰੂ ਮਹਾਰਾਜ ਥੰਮਾਂ ਵਿੱਚੋਂ ਬਹੁੜ ਪਏ ਹਨ। ਕਰੋੜਾ ਸਿੰਘ ਨੇ ਕਿਹਾ, ਸੁਣਾ ਕਿੱਕੂ? ਉਹ ਬੋਲਿਆ, ਤੁਹਾਡਾ ਮੋਦੀ ਪੁਕਰਿਆ ਹੈ ਦੀਵਾਨ ਕੌੜਾ ਮੱਲ, ਉਸਨੇ ਖੁੱਲ੍ਹੇ ਗੱਫੇ ਘੱਲੇ ਹਨ। ਸ਼ਾਮ ਸਿੰਘ, ਕਿੱਥੇ ਹਨ? ਵਿਨੋਦ ਸਿੰਘ, ਲਓ ਮੈਂ ਸੁਣਾਉਂਦਾ ਹਾਂ। ਦੀਵਾਨ ਕੌੜਾ ਮੱਲ ਨੂੰ ਖਬਰਾਂ ਤਾਂ ਲਾਹੌਰ ਦੇ ਦਰਬਾਰ ਵਿੱਚੋਂ ਸਭ ਮਿਲਦੀਆਂ ਹਨ ਨਾ। ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ
ਅਨੇਕਾਂ ਗੱਡੇ ਆਟੇ ਆਦਿਕ ਦੇ ਲੱਦ ਕੇ ਛੰਭ ਦੇ ਪਤੇ 'ਤੇ ਇੱਕ ਬਾਣੀਏ ਦੀ ਸੌਂਪਣਾ ਵਿੱਚ ਘੱਲੇ ਹਨ। ਬਾਣੀਆਂ ਕੰਢੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ। ਅੱਜ ਛੰਭੋਂ 2 ਮੀਲ ਪਰੇ ਉਤਰਿਆ ਪਿਆ ਹੈ। ਰਸਤੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਹ ਕੁਮਕ ਕੌੜਾ ਮੱਲ ਦੀ ਹੈ। ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ, ਬਈ ਇਹ ਬਹਾਦਰ ਆਦਮੀ ਵੀ ਡਾਢਾ ਪੱਕਾ ਮਿੱਤਰ ਹੈ, ਸਦਾ ਔਕੜ ਵੇਲੇ ਪੁੱਕਰਦਾ ਹੈ, ਖਾਲਸੇ ਦਾ ਵੱਡਾ ਹਿੱਤੂ ਹੈ ਔਰ ਵੈਰੀਆਂ ਦਾ ਐਡਾ ਹੁੱਦੇਦਾਰ ਹੋ ਕੇ ਫਿਰ ਸਾਡੇ ਨਾਲ ਪਿਆਰ ਇੰਨਾ ਕਰਦਾ ਹੈ ਕਿ ਜਿੰਦ ਜਾਨ ਹੈ ਜਿਵੇਂ। ਸ਼ੇਰ ਸਿੰਘ ਬੋਲਿਆ, ਉਹ ਆਦਮੀ ਵੱਡੀ ਦੂਰ ਦੀ ਸੋਚ ਵਾਲਾ ਲੱਗਦਾ ਹੈ। ਉਹ ਪੱਕ ਜਾਣਦਾ ਹੈ ਕਿ ਇੱਕ ਦਿਨ ਸਿੱਖਾਂ ਰਾਜ ਕਰਨਾ ਹੈ ਔਰ ਚਾਹੁੰਦਾ ਹੈ ਕਿ ਇਹ ਤਕੜੇ ਹੋ ਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ। ਸ਼ਾਮ ਸਿੰਘ ਬੋਲੇ, ਕੌੜਾ ਮੱਲ ਗੁਰੂ ਕਾ ਸਿੱਖ ਹੈ। ਖੁਲਾਸਾ ਸਿੰਘ ਸਹਿਜਧਾਰੀ ਸਿੱਖ। ਜਿਸ ਬਾਣੇ ਵਿੱਚ ਰਹਿੰਦਾ ਹੈ, ਇਸ ਵਿੱਚ ਰਹਿ ਕੇ ਹੀ ਪੰਥ ਨੂੰ ਔਖੇ ਵੇਲਿਆਂ 'ਤੇ ਪੁੱਕਰਦਾ ਹੈ। ਤਦੇ ਤਾਂ ਪੰਥ ਵਿੱਚ ਇਸ ਨੂੰ ਹੁਣ ਮਿੱਠਾ ਮੱਲ ਸਾਧਦੇ ਹਨ। ਵਿਨੋਦ ਸਿੰਘ ਨੇ ਕਿਹਾ, ਮੈਂ ਤੁਹਾਨੂੰ ਉਸ ਦੀ ਬਹਾਦਰੀ ਦੀ ਨਵੀਂ ਇੱਕ ਗੱਲ ਸੁਣਾਵਾਂ। ਸ਼ਾਹਪੁਰੀਆਂ ਕਿਸ ਦੇ ਮੈਨੂੰ ਠੀਕ ਯਾਦ ਨਹੀਂ ਰਿਹਾ। ਨਾਜ਼ਮਪੁਰ 3 ਵੇਰ ਸਰਕਾਰ ਦੀ ਫੌਜ ਚੜ੍ਹਾਈ ਕਰਕੇ ਗਈ, 3 ਵਾਰ ਹਾਰ ਖਾ ਕੇ ਆਈ। ਚੌਥੀ ਵੇਰ ਦੀਵਾਨ ਕੌੜਾ ਮੱਲ ਨੂੰ ਹੁਕਮ ਹੋਇਆ ਕਿ ਤੂੰ ਜਾ ਕੇ ਇਸ ਮੁਹਿੰਮ ਨੂੰ ਸਰ ਕਰ। ਸੋ ਇਹ ਫੌਜ ਲੈ ਕੇ ਸ਼ਹਿਰੋਂ 2 ਕੋਹ 'ਤੇ ਜਾ ਉਤਰਿਆ। ਡੇਰਾ ਕਰਕੇ ਆਪ ਫਕੀਰੀ ਭੇਸ ਕਰਕੇ ਸ਼ਹਿਰ ਨੂੰ ਤੁਰਿਆ। ਇੱਕ ਬਾਗ ਵਿੱਚ ਉੱਥੋਂ ਦਾ ਹਾਕਮ ਤੇ 2 ਕੁ ਹੋਰ ਆਦਮੀ ਸ਼ਤਰੰਜ ਖੇਡ ਰਹੇ ਸਨ। ਕੌੜਾ ਮੱਲ ਨੇ ਜਾ ਸਦਾ ਕੀਤੀ, ਪਰ ਸ਼ਤਰੰਜ ਵਾਲਿਆਂ ਕਿਸੇ ਨਜ਼ਰ ਨਾ ਕੀਤੀ। ਪਲਕ ਖਲੋ ਕੇ ਅਚਾਨਕ ਪਲੰਘ 'ਤੇ ਚੜ੍ਹ ਗਿਆ ਔਰ ਨਾਜ਼ਮ ਨੂੰ ਢਾਹ ਕੇ ਛਾਤੀ 'ਤੇ ਬੈਠ ਗਿਆ ਤੇ ਖੰਜਰ ਕੱਢ ਕੇ ਉਸ ਦੀ ਛਾਤੀ 'ਤੇ ਧਰ ਦਿੱਤਾ। ਸਭੇ ਜਣੇ ਹੱਕੇ ਬੱਕੇ ਹੋ ਗਏ। ਕੌੜਾ ਮੱਲ ਜੋਸ਼ ਨਾਲ ਬੋਲਿਆ, ਸੁਣੋ, ਜੇ ਕੋਈ ਮੇਰੇ ਉੱਤੇ ਵਾਰ ਕਰੂ ਤਾਂ ਮੈਂ ਨਾਜ਼ਮ ਨੂੰ ਪਹਿਲੇ ਮੁਕਾ ਲਊਂ। ਇਸ ਕਰਕੇ ਮੈਨੂੰ ਮਾਰਨਾ ਤੁਹਾਡਾ ਅਫਲ ਹੈ। ਸੋ ਪਹਿਲਾਂ ਮੇਰੀ ਗੱਲ ਸੁਣ ਲਓ। ਦੀਵਾਨ ਕੌੜਾ ਮੱਲ ਮੁਹਿੰਮ ਲੈ ਕੇ ਆਇਆ ਹੈ। ਨਾਜ਼ਮ ਦੇ ਦੀਵਾਨ ਨੇ ਕਿਹਾ, ਆਹੋ ਫਿਰ ਕੀ ਹੋਇਆ? 2 ਕੋਹ ਦੀ ਵਾਟ ਪਰ ਉਤਰਿਆ ਹੈ ਨਾ, ਕੱਲ ਦੰਦ ਖੱਟੇ ਕਰਕੇ ਕੱਢ ਦਿਆਂਗੇ। ਉਹ ਫਕੀਰ ਕੌੜਾ ਮੱਲ ਬੋਲਿਆ, ਹੁਣ ਗੱਲ ਇਹ ਹੈ ਕਿ ਜੇ ਤੁਸੀਂ ਮੈਨੂੰ ਹੱਥ ਵੀ ਲਾਇਆ ਤਾਂ ਇਸ ਦੀ ਛਾਤੀ ਵਿੱਚ ਖੰਜਰ ਮਾਰ ਦਿਆਂਗਾ। ਖੰਜਰ ਛਾਤੀ 'ਤੇ ਰੱਖਿਆ ਹੈ, ਜਰਾ ਕੁ ਅੱਗੇ ਹੀ ਕਰਨਾ ਹੈ ਨਾ। ਜੇ ਮੈਂ ਮਰ ਗਿਆ ਤਾਂ ਦੀਵਾਨ ਕੌੜਾ ਮੱਲ ਦੇ ਸਿਰ ਤੋਂ ਵਾਰਿਆ। ਮੇਰੇ ਵਰਗੇ ਸੈਂਕੜੇ ਉਸ ਦੇ ਬੂਹੇ 'ਤੇ ਰੁਲਦੇ ਹਨ। ਤੁਸੀਂ ਇਸ ਪਲੰਘ ਨੂੰ ਇੱਕੁਰ ਹੀ ਚੁਕਵਾ ਕੇ ਦੀਵਾਨ ਸਾਹਿਬ ਦੇ ਤੰਬੂ ਤੱਕ ਲੈ ਚੱਲੋ। ਉੱਥੇ ਦੀਵਾਨ ਨਾਲ 2 ਗੱਲਾਂ ਕਰ ਲਓ। ਬਸ ਮੈਂ ਕੁਝ ਨਹੀਂ ਮੰਗਦਾ। ਇਹ ਮੈਂ ਕੌਲ ਦਿੰਦਾ ਹਾਂ ਕਿ ਇਸ ਨੂੰ ਸਹੀ ਸਲਾਮਤ ਘਰ ਪਹੁੰਚਾ ਦਿਆਂਗਾ। ਉੱਥੇ ਵਾਲ ਵਿੰਗਾ ਨਹੀਂ ਹੋਏਗਾ। ਇਸ ਵੇਲੇ ਉਸ ਦਾ ਤੇਜ਼ ਔਰ ਅਚਾਨਕੀ ਦੀ ਸੱਟ 'ਤੇ ਬਿਖੜਾ ਦਾਓ ਅਜਿਹਾ ਭਾਰੂ ਪਿਆ ਕਿ ਸਾਥੀਆਂ ਵਿੱਚ ਕਿਸੇ ਨੂੰ ਕੁਝ ਨਾ ਔੜੇ। ਅੱਕ ਕੇ ਪਲੰਘ ਲੈ ਤੁਰੇ। ਜਦ ਦੀਵਾਨ ਦੇ ਤੰਬੂਆਂ ਲਾਗੇ ਪਹੁੰਚੇ ਤਾਂ ਦੀਵਾਨ ਹੁਰੀ ਝੱਟ ਛਾਲ ਮਾਰ ਕੇ ਤੰਬੂ ਦੇ ਅੰਦਰ ਵੜ ਗਏ। ਭੇਸ ਵਟਾ ਜਿਗਾ ਲਾ ਕੇ ਬਿਲਕੁਲ ਠਾਠ ਬਦਲ ਅਗਵਾਈ ਕਰਨ ਨੂੰ ਬਾਹਰ ਆ ਗਏ ਤੇ ਨਾਜ਼ਮ ਨੂੰ ਬੜੇ ਅਦਬ ਨਾਲ ਤੰਬੂ ਦੇ ਅੰਦਰ ਲੈ ਗਏ। 4 ਚੁਫੇਰੇ ਸੈਨਾ ਨੇ ਘੇਰਾ ਪਹਿਲੇ ਹੀ ਘੱਤ ਲਿਆ ਸੀ। ਗੱਲ ਕੀ, ਦੀਵਾਨ ਜੀ ਦਾ ਮਿੱਠਾ ਬੋਲਣਾ ਤੇ ਰਾਜਨੀਤੀ ਦੀ ਵਿਚਾਰ ਐਸੀ ਪਈ ਕਿ ਹਾਕਮ ਨੇ ਲਾਹੌਰ ਦੀ ਤਾਬੇਦਾਰੀ ਮੰਨ ਲਈ ਔਰ ਇਕਰਾਰਨਾਮਾ ਲਿਖ ਕੇ ਟਕੇ ਭਰ ਦਿੱਤੇ। ਪਿੱਛੋਂ ਪੁੱਛਣ ਲੱਗਾ ਕਿ ਉਹ ਜਾਸੂਸ ਮੈਨੂੰ ਮਿਲਾਓ ਜੋ ਮੈਨੂੰ ਇਉਂ ਬੇਬਸ ਕਰਕੇ ਬਿਨਾਂ ਇੱਕ ਟੇਪਾ ਲਹੂ ਦਾ ਵੀਟੇ ਦੇ ਆਪ ਪਾਸ ਲੈ ਆਇਆ ਹੈ। ਮੈਂ ਇੱਕ ਪਿੰਡ ਇਨਾਮ ਉਸ ਲਾਇਕ ਪੁਰਖ ਨੂੰ ਦਿਆਂਗਾ। ਪਰ ਦੀਵਾਨ ਨੇ ਸਿਰ ਫੇਰਿਆ ਕਿ ਉਹ ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਗੱਲ ਕੀ, ਉਹ ਮੁਹਿੰਮ ਸਿਰੇ ਚੜ੍ਹੀ। ਦੀਵਾਨ ਜੀ ਦੀ ਬੜੀ ਪੱਤ ਵਧੀ ਕਿ ਇੱਕ ਬੂੰਦ ਲਹੂ ਦੀ ਵੀਟੇ ਬਿਨਾਂ ਫਤਿਹ ਕਰ ਆਇਆ। ਸ਼ਹੀਦ ਦੀਪ ਸਿੰਘ ਬੋਲਿਆ, ਇਹ ਕਾਰਨਾਮਾ ਭਾਰੀ ਰਾਜਨੀਤੀ ਤੇ ਤੇਜ ਦਾ ਪ੍ਰਤਾਪ ਹੈ। ਲੱਖੂ ਮੂਰਖ ਵਿੱਚ ਇਹ ਸਿਫਤਾਂ ਨਹੀਂ ਹਨ। ਉਹ ਧਿੰਗੋ ਸਾਹ ਤੇ ਅੜਬ ਹੈ। ਵਿਨੋਦ ਸਿੰਘ ਨੇ ਜਵਾਬ ਦਿੱਤਾ, ਇਸ ਮੁਹਿੰਮੋਂ ਮੁੜੇ ਆਉਂਦੇ ਦੀਵਾਨ ਨੇ ਇੱਕ ਅਚਰਜ ਨਿਆਂ ਕੀਤਾ ਹੈ। ਇੱਕ ਜਠਾਣੀ ਪਾਸ ਮੈਂ ਤੇ ਇੱਕ ਦਰਾਣੀ ਪਾਸ ਭੇਡ ਸੀ।
ਜਠਾਣੀ ਤਾਂ ਬਿਜੁਗਤਣ ਸੀ ਤੇ ਦਰਾਣੀ ਨੇ ਭੇਡ ਦੇ ਦੁੱਧ ਵਿੱਚੋਂ ਮਣ ਕੱਚਾ ਮੱਖਣ ਜੋੜਿਆ। ਉਹ ਮੱਖਣ ਜਠਾਣੀ ਨੇ ਚੁਰਾ ਕੇ ਵਰਤ ਲੀਤਾ। ਜਾਂ ਦਰਾਣੀ ਨੂੰ ਪਤਾ ਲੱਗਾ ਤਾਂ ਲੜਾਈ ਹੋਈ। ਹੁੰਦੇ ਹੁੰਦੇ ਸਰਕਾਰੇ ਪਹੁੰਚੇ, ਹਾਕਮਾਂ ਪਾਸ ਗਏ, ਪਰ ਸਭ ਨੇ ਇਹੋ ਕਿਹਾ ਕਿ ਮੈਂ ਵਾਲੀ ਭੇਡ ਵਾਲੀ ਦੀ ਕਦ ਚੋਰੀ ਕਰ ਸਕਦੀ ਹੈ, ਔਰ ਭੇਡ ਤੇ ਮਣ ਮੱਖਣ। ਪਰ ਕਿਸੇ ਅਕਲ ਵਾਲੇ ਨੇ ਮੁਕੱਦਮੇ ਦੀ ਖੋਜ ਹੀ ਨਾ ਕੀਤੀ। ਜਾਂ ਇੱਕ ਦਿਨ ਦੀਵਾਨ ਜੀ ਨੇ ਆਪਣੇ ਕਿਸੇ ਦੌਰੇ ਵਿੱਚ ਇਸ ਪਿੰਡ ਕੋਲ ਜਾ ਡੇਰਾ ਕੀਤਾ। ਤਦ ਸੱਚੀ ਦਰਾਣੀ ਅੱਗ ਲੱਗੇ ਮਨ ਨਾਲ ਦੀਵਾਨ ਪਾਸ ਨਿਆਂ ਕਰਾਉਣ ਆਈ। ਦੀਵਾਨ ਨੇ ਕਿਹਾ ਕਿ ਜਾਓ, ਪਹਿਲਾਂ ਲਾਗਲੇ ਛੱਪੜ ਵਿੱਚੋਂ 5-5 ਕੌਲ ਫੁੱਲ ਤੋੜ ਲਿਆਓ, ਔਰ ਇੱਕ ਅਹਿਦੀਏ ਨੂੰ ਸੈਨਤ ਕਰਕੇ ਮਗਰ ਘੱਲਿਆ ਕਿ ਇਹਨਾਂ ਨੂੰ ਪੈਰ ਨਾ ਧੋਣ ਦੇਵੀਂ। ਜਾਂ ਦੋਵੇਂ ਮੁੜ ਕੇ ਆਈਆਂ ਤਾਂ ਇੱਕ ਇੱਕ ਟਿੰਡ ਪਾਣੀ ਦੀ ਦਿਵਾ ਕੇ ਦੀਵਾਨ ਜੀ ਨੇ ਕਿਹਾ, ਜਾਓ ਪੈਰ ਧੋ ਕੇ ਹਾਜ਼ਰ ਹੋਵੋ। ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ ਦੀਵਾਨ ਜੀ ਨੇ ਦੋਹਾਂ ਦੇ ਪੈਰਾਂ ਵੱਲ ਗੌਰ ਨਾਲ ਤੱਕਿਆ ਤੇ ਹੁਕਮ ਦਿੱਤਾ ਕਿ ਭੇਡ ਵਾਲੀ ਸੱਚੀ ਹੈ ਤੇ ਮੈਂ ਵਾਲੀ ਝੂਠੀ ਹੈ। ਆਪ ਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ। ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇਡ ਵਾਲੀ ਸੱਚੀ ਹੈ, ਸੋ ਉਸ ਇਲਾਕੇ ਵਿੱਚ ਆਪ ਦੇ ਨਿਆਂ ਦੀ ਬੜੀ ਧਾਕ ਹੋਈ। ਦੀਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਆਂ ਇਸ ਤਰ੍ਹਾਂ ਕੀਤਾ ਕਿ ਭੇਡ ਵਾਲੀ ਦੇ ਪੈਰ ਬਿਲਕੁਲ ਸਾਫ਼ ਹੋ ਗਏ ਸਨ, ਤੇ ਉਸ ਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿੱਚ ਅਜੇ ਪਾਣੀ ਬਾਕੀ ਸੀ, ਤੇ ਮੈਂ ਵਾਲੀ ਦੀ ਟਿੰਡ ਖਾਲੀ ਸੀ। ਸਾਰਾ ਪਾਣੀ ਵਰਤ ਕੇ ਵੀ ਉਸ ਦੇ ਪੈਰਾਂ ਪਰ ਥਾਂ ਥਾਂ ਅਜੇ ਚਿੱਕੜ ਲੱਗਾ ਹੋਇਆ ਸੀ। ਬਲਵੰਤ ਸਿੰਘ ਬੋਲੇ, ਸੱਚੀ ਮੁੱਚੀ ਨਿਆਂ ਦੀ ਖੋਜ ਦਾ ਬੜਾ ਅਨੋਖਾ ਢੰਗ ਹੈ ਸੀ। ਹਾਂ ਸੱਚੀ ਵਿਨੋਦ ਸਿੰਘ ਜੀ, ਇਹ ਦੱਸੋ ਕਿ ਉਹ ਰਸਦ ਪਾਣੀ ਹੁਣ ਸਾਡੇ ਪਾਸ ਆਵੇ ਕਿਉਕਰ। ਵਿਨੋਦ ਸਿੰਘ ਬੋਲੇ, ਮੈਂ ਤੇ ਬਿਜਲਾ ਸਿੰਘ ਇੱਕ ਹੱਥਕੰਡਾ ਕਰ ਆਏ ਹਾਂ। ਉਹ ਇਹ ਕਿ ਬਿਜਲਾ ਸਿੰਘ ਰਾਉਲ ਬਣ ਕੇ ਲੱਖੂ ਨੂੰ ਜਾ ਮਿਲਿਆ ਤੇ ਸੰਗਲੀ ਸੱਟ ਕੇ ਬੋਲਿਆ ਕਿ ਖਾਲਸਾ ਅੱਜ ਰਾਤੀ ਦੱਖਣ ਰੁੱਖੋਂ ਹੱਲਾ ਕਰੇਗਾ, ਔਰ ਅੱਧੀ ਰਾਤ ਨੂੰ ਲੱਖੂ ਨੇ ਅੱਜ ਸੈਨਾ ਦੱਖਣ ਰੁੱਖ ਇਕੱਠੀ ਕੀਤੀ ਹੈ, ਔਰ ਮੋਰਚੇ ਬੰਨ੍ਹ ਕੇ ਉਦਾਲੇ ਤੋਪਖਾਨਾ ਵੀ ਉਸਨੇ ਬੀੜਿਆ ਹੈ, ਔਰ ਉੱਤਰ ਰੁੱਖੋਂ ਸੈਨਾ ਖਿੱਚ ਕੇ ਹੇਠਾਂ ਨੂੰ ਵਧੇਰੇ ਇਕੱਠੀ ਕੀਤੀ ਗਈ ਹੈ। ਸੋ ਹੁਣ ਛੰਭ ਦੇ ਕੰਢੇ ਕੰਢੇ ਅੱਧ ਮੀਲ ਤੋਂ ਵਧੀਕ ਵਿੱਥ ਪੈ ਗਈ ਹੈ। ਜੇਕਰ ਖਾਲਸਾ ਹਿੰਮਤ ਕਰਕੇ ਅੰਨ ਦੇ ਬੋਰੇ ਬੋਰੀਆਂ ਹੱਥੋਂ ਹੱਥੀਂ ਚੁੱਕ ਲਿਆਵੇ, ਤਦ ਸੋਝਲੇ ਤੋਂ ਅੱਗੇ ਬਨ ਵਿੱਚ ਸਭ ਕੁਝ ਅੱਪੜ ਪਊ, ਔਰ ਦਿਨ ਹੋਏ ਉਹ ਬਾਣੀਆਂ ਲੱਖੂ ਅੱਗੇ ਜਾ ਫਰਿਆਦ ਕਰੂ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ। ਇੱਕੁਰ ਦੀਵਾਨ ਕੌੜਾ ਮਲ ਤੇ ਕਿਸੇ ਨੂੰ ਸ਼ੱਕ ਨਾ ਪਊ। ਸਾਨੂੰ ਹੁਣ ਇਹ ਚਾਲ ਚੱਲਣੀ ਚਾਹੀਏ ਕਿ ਜਿਸ ਤੋਂ ਲੱਖੂ ਨੂੰ ਸ਼ੱਕ ਪੈ ਜਾਵੇ ਕਿ ਖਾਲਸੇ ਦਾ ਰੁੱਖ ਦੱਖਣ ਬੰਨੇ ਪੈ ਰਿਹਾ ਹੈ, ਤੇ ਅੱਧੀ ਰਾਤ ਵੇਲੇ ਇੱਕ ਟੋਲਾ ਦੱਖਣ ਰੁੱਖ ਜਾ ਕੇ ਬਨ ਵਿੱਚੋਂ 10-5 ਬੁਛਾੜਾਂ ਗੋਲੀਆਂ ਦੀਆਂ ਦੇ ਕੇ ਪਿੱਛੇ ਹਟ ਜਾਵੇ। ਇੱਕ ਤਾਂ ਰਾਉਲ ਦਾ ਕਹਿਣਾ ਸੱਚ ਹੋ ਜਾਊ, ਦੂਜੇ ਲੱਖੂ ਦਾ ਗੋਲਾ ਬਾਰੂਦ ਵਿਅਰਥ ਜਾਊ, ਤੀਸਰੇ ਅੱਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅੱਗ ਲਾਉਣੀ ਹੈ ਜਿਸ ਵਿੱਚ ਮਤਾਬ ਰਹਿੰਦੇ ਹਨ। ਉਹ ਫਿਰ ਤਾਂ ਹੀ ਫੂਕੇ ਜਾਣਗੇ। ਯੁੱਧ ਵੇਲੇ ਹੋਊ ਹਨੇਰਾ ਘੁੱਪ, ਇਸ ਲਈ ਵੈਰੀ ਸੱਜਣ ਮਿੱਤਰ ਨਾ ਪਛਾਣ ਸਕਣਗੇ, ਔਰ ਕਈ ਉਸ ਵੇਲੇ ਆਪੋ ਵਿੱਚ ਕੱਟ ਮਰਨਗੇ। ਵਿਨੋਦ ਸਿੰਘ ਦੀ ਇਹ ਜੰਗ ਦੀ ਚਾਲ ਤੇ ਵਿਉਂਤ ਸਭ ਨੇ ਸਲਾਹੀ। ਇੱਕ ਟੋਲਾ ਤਾਂ ਦੱਖਣ ਰੁੱਖ ਜੰਗਲੋ ਜੰਗਲ ਤੁਰਿਆ। ਇਸ ਜਥੇ ਨੇ ਇਸ ਆੜ ਦੇ ਟਿਕਾਣੇ ਰਹਿ ਕੇ ਵਾੜ ਝਾੜੀ। ਸ਼ਤਰੂ ਜਾਗ ਹੀ ਰਹੇ ਸਨ। ਆ ਗਏ ਦਾ ਰੌਲਾ ਮਚ ਗਿਆ। ਇਹਨਾਂ ਨੇ ਕੁਝ ਚਿਰ ਚੁੱਪ ਰਹਿ ਕੇ ਫਿਰ ਇੱਕ ਸ਼ਲਕ ਬੰਦੂਕਾਂ ਦੀ ਛੱਡੀ ਤੇ ਉੱਧਰ ਦਾ ਮੱਠਾ ਹੁੰਦਾ ਰੌਲਾ ਫਿਰ ਚਮਕ ਪਿਆ। ਇਸ ਤਰ੍ਹਾਂ ਵੈਰੀਆਂ ਵਿੱਚ ਖਲਬਲੀ ਮਚਾਉਂਦੇ ਸਾਰਾ ਰੁੱਖ ਉਸ ਪਾਸੇ ਕਰੀ ਰੱਖਿਆ ਤੇ ਆਪ ਬਾਹਰ ਹੋ ਕੇ ਨਾ ਲੜੇ। ਉੱਧਰ ਅਨੇਕਾਂ ਸਿੰਘ ਸਨੱਧਬੱਧ ਹੋ ਛੰਭ ਦੇ ਕੰਢੇ ਕੰਢੇ ਵਹੀਰ ਪਾ ਰਾਤੋਂ ਰਾਤ ਖਾਣਾ ਦਾਣਾ ਲੈ ਕੇ ਆਪਣੇ ਬਣ ਰੂਪੀ ਘੁਰੇ ਵਿੱਚ ਜਾ ਵੜੇ। ਦਿਨ ਹੋਏ, ਲੱਖੂ ਨੇ ਆਪਣੇ ਅਨੇਕਾਂ ਸਿਪਾਹੀ ਮੋਏ ਡਿੱਠੇ ਤੇ ਬਾਣੀਏ ਦੇ ਲੁੱਟੇ ਜਾਣ ਦਾ ਮੁਕੱਦਮਾ ਵੀ ਪੇਸ਼ ਹੋ ਗਿਆ। ਗੱਲ ਕੀ, ਦੀਵਾਨ ਕੌੜਾ ਮਲ ਦੇ ਘੱਲੇ ਹੋਏ ਅੰਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਘ ਗਏ। ਹੁਣ ਫੇਰ ਲੰਗਰ ਮਸਤਾਨਾ ਹੋ ਗਿਆ। ਅਨੇਕ ਸਲਾਹਾਂ ਸੋਚਣ, ਰਾਤ ਫਿਕਰਾਂ ਤੇ ਬੰਨ ਨੂੰ ਬੰਨਣ ਦੀਆਂ ਜੁਗਤਾਂ ਸੋਚਦਿਆਂ ਬੀਤਣ, ਪਰੰਤੂ ਕੋਈ ਰਾਹ ਨਾ ਨਿਕਲੇ। ਹੁਣ ਲੱਖੂ ਨੇ ਜੰਗਲ ਕਟਵਾ ਲਏ, ਕਈ ਥਾਂ ਝੱਲ ਸਾੜੇ ਤੇ ਸੇਧਾਂ ਕਰ ਤੋਪਾਂ ਚਲਾਵੇ,
ਭਾਈ ਰਤਨ ਸਿੰਘ ਜੀ ਭੰਗੂ ਕਰਤਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ, ਤਬੇ ਦੀਵਾਨ ਦਿਲਦਾਰ ਬੁਲਾਏ, ਬਿਕਟ ਠੋਰ ਤਹਾਂ ਰਾਹ ਬਨਵਾਏ। ਝਲ ਗਾੜੇ ਤੈਂ ਫੂਕ ਜਲਾਵੇਂ, ਸੇਧ ਧਰੇ ਤੁਰ ਤੋਪ ਚਲਾਵੇਂ। ਤਬ ਸਿੰਘਨ ਕੇ ਬਹੁਤ ਸਤਾਇਆ, ਖਾਣੇ ਨੂੰ ਕੁਝ ਹੱਥ ਨਾ ਆਇਆ। ਭੁੱਖੇ ਹੋਏ ਸਿੰਘ ਆਗੇ ਤੁਰੇ, ਝੱਲੋਂ ਬਾਹਰ ਸਿੰਘ ਨਿਕਰੇ। ਛੇਕੜ ਜੰਗ ਦੇ 2.5 ਫੁੱਟ ਸੋਚ ਕੇ ਖਾਲਸੇ ਨੇ ਇਹ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਹੁਣ ਲੜਦੇ ਭਿੜਦੇ ਨਿਕਲ ਚਲੀਏ। ਇਹ ਠਾਣ ਕੇ ਇੱਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉੱਪਰ ਨੂੰ ਟੁਰ ਪਿਆ ਔਰ ਸੂਰਜ ਚੜ੍ਹਨ ਤੋਂ ਅੱਗੇ ਅੱਗੇ ਪਹਾੜਾਂ ਵੱਲ ਨਿਕਲ ਗਿਆ। ਲੱਖੂ ਨੇ ਵੀ ਇੱਧਰੋਂ ਸਿੰਘਾਂ ਦਾ ਪਿੱਛਾ ਨਾ ਛੱਡਿਆ ਤੇ ਉੱਧਰ ਪਹਾੜੀ ਰਾਜਿਆਂ ਨੂੰ ਟਾਕਰਾ ਕਰਨ ਲਈ ਲਿਖ ਘੱਲਿਆ। ਸਿੰਘ ਹੁਣ ਪਹਾੜਾਂ ਦੇ ਰੁੱਖ ਹੋ ਗਏ, ਕੋਈ ਝੱਲਾਂ ਵਿੱਚ ਉਰਾਰ, ਕੋਈ ਪਾਰ। ਓਟਾਂ ਲੈਂਦੇ ਰਾਵੀ ਦੇ ਕੰਢੇ ਜਾ ਪੁੱਜੇ। ਹੱਲਾਸ਼ੇਰੀ ਕਰਕੇ ਸਿੰਘ ਦਰਿਆਓਂ ਪਾਰ ਹੋ ਗਏ। ਪਾਰ ਪਾਰ ਸਿੰਘ ਅੱਗੇ ਵਧੀ ਜਾਣ, ਇੱਧਰ ਤੁਰਕ ਸੈਨਾ ਮੰਗਰੋਂ ਮੰਗਰ ਉਰਾਰ ਵਧੀ ਜਾਵੇ, ਸਿੰਘਾਂ ਨੂੰ ਡੇਰਾ ਕਰਨਾ ਨਾ ਮਿਲੇ। ਭੰਗੂ ਜੀ ਲਿਖਦੇ ਹਨ, ਨੈ ਡੇਰੋਂ ਸਿੰਘ ਕਰਨਾ ਮਿਲੇ, ਕਹੂੰ ਰਤਾ ਕਹੂੰ ਦਿਨ ਹੂੰ ਚਲੈ। ਨੈ ਸਿੰਘਨ ਕੁਛ ਰਹਿਓ ਪੱਲੇ, ਭਾਰ ਬਰਦਾਰੀ ਬਿਨ ਕਿਆ ਚੱਲੇ। ਗੋਲੀ ਦਾਰੂ ਕਹੋਂ ਪਹੁੰਚੇ ਨਹੀਂ, ਕਾਸੋ ਸਿੰਘ ਸੋਂ ਕਰੇ ਲੜਾਈ। ਸ਼ਸਤਰ ਕਾਟਤ ਖੁੰਡ ਹੋਏ, ਰਾਤ ਦਿਵਸ ਸਿੰਘ ਨਾਹੀ ਸੋਏ। ਗਈ ਕਮਾਨ ਟੂਟ ਸੋ ਚਲਤੀ, ਤੀਰ ਮੁੱਕੇ ਫਿਰ ਮਿਲੇ ਨ ਭਰਤੀ। ਨੇਜੇ ਫਲ ਰਹੇ ਦੁਸ਼ਮਨ ਤਨ में, ਘਾੜ ਲੱਭੇ ਸੋ ਨਾਹੀ ਬਨ में। ਬਿਨ ਦਾਣੇ ਕੇ ਘੋੜੇ ਮਾੜੇ, ਬਿਨ ਬਸਤਰ ਤਨ ਧੂਪ ਸੋ ਸਾੜੇ। ਆਟਾ ਦਾਣਾ ਨਹੀਂ ਕਿਆ ਖਾਵੇਂ, ਪਾਣੀ ਵੀ ਤੇ ਹੱਥ ਨਾ ਆਵੇਂ। ਦੋਹਰਾ। ਅੱਧੀ ਮੌਤ ਮੁਸਾਫਰੀ, ਸਾਰੀ ਮੌਤ ਸੂ ਭੁੱਖ। ਉਹਾਂ ਆਏ ਦੋ ਮਿਲੀ, ਯਹ ਪਿਓ ਖਾਲਸੇ ਦੁੱਖ। ਹੁਣ ਸਿੰਘਾਂ ਪਹਾੜ ਤਕਾਏ ਕਿ ਅੱਗੇ ਹਿੰਦੂ ਹਨ, ਸਾਨੂੰ ਸੁੱਖ ਦੇਣਗੇ। ਬਸੋਲੀ ਵੱਲ ਨੂੰ ਤੁਰ ਪਏ। ਕੁਛ ਸਿੰਘ ਬਸੋਲੀ ਪੁੱਜੇ। ਭੰਗੂ ਜੀ ਲਿਖਦੇ ਹਨ, ਅੱਗੇ ਬਸੋਲੀ ਬਹੁ ਪਰਬਤੀ ਜੁੜੇ। ਸਿੰਘ ਨਾ ਸਮਝੀ ਹਮ ਵੱਲ ਕरें, ਕਈ ਸਿੰਘ ਜਾ ਤਿੰਨ ਮੋਹ ਰਹੇ। ਤਬ ਤਿੰਨ ਤੁਰਤ ਸੋ ਦੀਨੇ ਮਾਰ। ਇਸੇ ਤਰ੍ਹਾਂ ਜੋ ਸਿੰਘ ਪੜੋਲ ਕਠੂਏ ਵੱਲ ਗਏ ਸਨ, ਉਹ ਵੀ ਲੁੱਟੇ ਕੁੱਟੇ ਗਏ। ਜੋ ਬਚੇ ਪਛਤਾ ਕੇ ਮੁੜੇ। ਤਦ 4 ਚੁਫੇਰਿਓਂ ਬਲਾਂ ਵਿੱਚ ਘਿਰ ਗਏ। ਅੱਗੋਂ ਤਾਂ ਪਹਾੜੀ ਰਾਜੇ ਰਾਹ ਰੋਕ ਬੈਠੇ। ਪਿੱਛੇ ਤੇ ਇੱਕ ਲਾਂਬੇ ਵੱਲ ਲੱਖੂ ਦੀ ਟਿੱਡੀ ਦਲ ਸੈਨਾ, ਦੂਜੀ ਲਾਂਬੇ ਹੁਣ ਜਲ ਭਰੀ ਨਦੀ ਆਪਣੇ ਪੂਰੇ ਬਲ ਵਿੱਚ ਠਾਠਾਂ ਮਾਰਦੀ ਵਹਿ ਰਹੀ ਸੀ। ਇਸ ਵੇਲੇ ਖਾਲਸੇ ਨੂੰ ਕੁਝ ਨਾ ਔੜੇ ਕਿ ਹੁਣ ਕੀ ਬੰਦੋਬਸਤ ਕੀਤਾ ਜਾਏ। ਹੱਲਾ ਕਰਕੇ ਸਿੱਧੇ ਪਹਾੜੀਆਂ ਦਾ ਇੱਕ ਮੋਰਚਾ ਤੋੜਿਆ। ਕੁਝ ਸਿੰਘਾਂ ਨੇ ਹੌਸਲਾ ਕੀਤਾ ਕਿ ਪਹਾੜਾਂ ਦੇ ਉੱਪਰ ਚੜ੍ਹ ਚੱਲੀਏ, ਪਰ ਪਹਾੜ ਅਜਿਹੇ ਤਿੱਖੇ ਸਨ ਕਿ ਬਹੁਤ ਜਣੇ ਡਿੱਗੇ ਅਰ ਮੋਏ। ਪਰ ਫਿਰ ਵੀ ਅਨੇਕਾਂ ਨੇ ਪੈਦਲ ਇਹ ਹਿੰਮਤ ਕੀਤੀ ਤੇ ਜੜ੍ਹਾਂ ਬੂਟੀਆਂ ਨੂੰ ਫੜ ਫੜ ਕੇ ਪਹਾੜੀ ਬਨਾਂ ਵਿੱਚ ਚੜ੍ਹ ਗਏ। ਇੱਕ ਹੋਰ ਜਥੇ ਨੇ ਹਿੰਮਤ ਕਰਕੇ ਫੌਜ ਅੱਗੇ ਕੀਤੀ ਔਰ ਨਦੀ ਦੇ ਕਿਨਾਰੇ ਪਹੁੰਚ ਕੇ ਘੋੜੇ ਦਰਿਆ ਵਿੱਚ ਠੇਲ ਦਿੱਤੇ। ਪਰ ਮੰਦਭਾਗਾਂ ਨੂੰ ਨਦੀ ਇਸ ਵੇਲੇ ਹੜ੍ਹ ਨਾਲ ਉਛਲ ਰਹੀ ਸੀ। ਵਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ ਲੈ ਚੱਲੇ। ਇਸ ਯਤਨ ਵਿੱਚ ਸਰਦਾਰ ਗੁਰਦਿਆਲ ਸਿੰਘ ਜਿਹੇ ਬਹਾਦਰ ਜਦ ਡੁੱਬ ਗਏ, ਤਦ ਕਿਸੇ ਨੇ ਫੇਰ ਦਰਿਆ ਠੇਲਣ ਦਾ ਹੌਸਲਾ ਨਾ ਕੀਤਾ। ਸਾਰਾ ਦਿਨ ਦਵੱਲੀ ਪਹਾੜੀ ਰਾਜਿਆਂ ਤੇ ਲਖਪਤੀਆਂ ਨਾਲ ਯੁੱਧ ਕਰਦੇ ਰਹੇ। ਦੁਸ਼ਮਣਾਂ ਦੀਆਂ ਤੋਪਾਂ ਔਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ। ਇਨ੍ਹਾਂ ਵੀਰਾਂ ਪਾਸ ਯੁੱਧ ਦਾ ਸਮਾਨ ਵੀ ਥੁੜ ਚੁੱਕਾ ਸੀ। ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਇਹਨਾਂ ਨੂੰ ਦੁਧਾਰੀ ਤਲਵਾਰਾਂ ਦੇ ਮੁਕਾਬਲੇ ਵਿੱਚ ਡੋਲਣ ਨਹੀਂ ਦਿੰਦਾ ਸੀ। ਜਦ ਹਰ ਕੜੀ ਦਲ ਦਾ ਕੰਘਾ ਹੁੰਦਾ ਡਿੱਠਾ ਤੇ ਵੈਰੀ ਦਲ ਦਾ ਜ਼ੋਰ ਪੈ ਗਿਆ, ਤਦ ਜਥੇਦਾਰਾਂ ਨੇ ਖਾਲਸਾ ਨੂੰ ਸਲਾਹ ਕਰਕੇ ਕਿਹਾ, ਸਭ ਹਟੋ ਪੀਛੇ ਖਾਲਸ ਜੀ ਬਾਂਧ ਕਰ ਸਭ ਗੋਲ। ਇੱਕ ਵਾਰ ਵਟ ਕਸੀਸ ਬਿਸਵੇ 20 ਹੱਲਾ ਬੋਲ। ਬਲ ਧਾਰ ਅਸਵ ਵਧਾਈਕੇ ਦਲ ਲਖੋ ਤੁਰਕੀ ਤਾਏ। ਜੋ ਨਿਕਸੋ ਜਹੈਂ ਰਾਜ ਲਹੈਂ ਮਰੇ ਗੁਰਪੁਰ ਜਾਏ। ਇਸ ਸਲਾਹ ਨੂੰ ਮੰਨ ਕੇ ਖਾਲਸਾ ਇੱਕ ਪਿੰਡਾਕਾਰ ਸ਼ਕਲ ਵਿੱਚ ਇਕੱਠਾ ਹੋ ਕੇ ਇਉਂ ਕਹਿਰ ਦਾ ਹੱਲਾ ਕਰਕੇ ਪਿਆ ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ। ਜਿਕਰ ਤੋਰੀਆਂ ਦੀਆਂ ਵੇਲਾਂ ਨਾਲ ਭਰਪੂਰ ਖੇਤ ਵਿੱਚ ਦੀ ਮੋਰ ਪੱਤਿਆਂ ਨੂੰ ਚੀਰਦੇ ਨਿਕਲ ਜਾਂਦੇ ਹਨ, ਤਿਵੇਂ ਖਾਲਸੇ ਨੇ ਬੋਲਬਾਲਾ ਕੀਤਾ। ਕੇਹਰ ਜਿਉਂ ਪਬਘਾਰ ਇਤੇ ਉਤ ਸਿੰਘ ਪਰੇ 10 ਬੰਸ ਕਿਦਾਈ।
ਸਿੰਘ ਸ਼ਹੀਦੋਂ ਚਾਹੇ ਸਭ ਹੋਵਨ, ਤੁਰਕ ਲਰੇ ਨਿਜ ਜਾਨ ਬਚਾਈ। ਮਾਰ ਸਥਾਰ ਕਰੇ ਤਲਵਾਰਨ, ਖੋਜ ਫਿਰੇ ਲਖ ਦੁਸ਼ਟ ਕੇ ਤਾਈ। ਰਾਖਤ ਸਿੰਘਨ ਕੋ ਗੁਰਿਓਂ ਜਿਮ, ਦਾਤਨ ਪਾਂਤ ਨਾ ਜੀਵ ਰਹਾਈ। ਇਸ ਬਿਧ ਇੱਕ ਭਾਰੀ ਕਮਸਾਨ ਮਚ ਗਿਆ। ਚੰਦ ਜਿੱਕੂ ਪਰਿਵਾਰ ਵਿਖੇ ਹੁੰਦਾ ਹੈ। ਇੱਕੁਰ ਸਿੰਘ ਵੈਰੀਆਂ ਵਿੱਚ ਘਿਰ ਗਏ, ਪਰ ਕਿਸ ਸੂਰਬੀਰਤਾ ਨਾਲ ਟਾਕਰਾ ਕਰਦੇ ਹਨ। ਜੱਸਾ ਸਿੰਘ ਸਰਦਾਰ ਦੇ ਪੱਟ ਵਿੱਚ ਗੋਲੀ ਲੱਗੀ, ਪਰ ਕੀ ਮਜਾਲ ਕੇ ਹੌਸਲਾ ਹਾਰੇ। ਹੰਨੇ ਨਾਲ ਪੱਟ ਨੂੰ ਬੰਨ੍ਹ ਕੇ ਜੰਗ ਵਿੱਚ ਉਸੇ ਤਰ੍ਹਾਂ ਲੜਦਾ ਰਿਹਾ, ਮਾਨੋ ਸੱਟ ਲੱਗੀ ਹੀ ਨਹੀਂ। ਇੱਕ ਪਾਸੇ ਫੈਜ਼ੁੱਲਾ ਖਾਨ ਨਾਮੇ 12 ਹਜ਼ਾਰੀ ਸਰਦਾਰ ਸਿੰਘਾਂ ਦੇ ਆਹੂ ਲਾ ਰਿਹਾ ਸੀ। ਸਰਦਾਰ ਕਪੂਰ ਸਿੰਘ ਨੇ ਤੱਕ ਕੇ ਇਸ ਵੱਲ ਕਮਾਨ ਦੀ ਸ਼ਿਸ਼ਤ ਬੱਧੀ। ਇਸ ਦਸ਼ਾ ਨੂੰ ਦੇਖ ਕੇ ਇੱਕ ਤੁਰਕ ਤਲਵਾਰ ਧੂ ਕੇ ਉਸ ਪਰ ਪਿਆ, ਪਰ ਇਸ ਦੁਸ਼ਟ ਦੇ ਮਨਸੂਬੇ ਨੂੰ ਸੁੰਦਰੀ ਨੇ ਤਾੜ ਲਿੱਤਾ ਸੀ। ਘੋੜੇ ਨੂੰ ਅੱਡੀ ਲਾ ਉਸ ਨੂੰ ਆਨ ਵਿੱਚ ਹੀ ਤਲਵਾਰ ਦੇ ਵਾਰ ਨਾਲ ਘਾਇਰ ਕਰਕੇ ਘੋੜਿਓਂ ਥੱਲੇ ਮਾਰਿਆ। ਉੱਪਰੋਂ ਨਵਾਬ ਕਪੂਰ ਸਿੰਘ ਦੀ ਸ਼ਿਸ਼ਤ ਠੀਕ ਬੈਠੀ। ਫੈਜ਼ੁੱਲਾ ਖਾਂ ਪਾਰ ਬੋਲਿਆ। ਇਸ ਪ੍ਰਕਾਰ ਜਾਨਾਂ ਤੋੜ ਤੋੜ ਕੇ ਲੜਦਿਆਂ ਭਾਰਤ ਭੂਮੀ ਦੇ ਮੁਕਤੀ ਦਾਤਿਆਂ ਨੂੰ ਰਾਤ ਪੈ ਗਈ। ਯਥਾ ਭਇਓ ਘੱਲੂਕਾਰਾ, ਭਾਰਾ ਕਹਿਰ ਕਹਾਰਾ ਤਹਿ। ਜੂਝੇ ਹਜ਼ਾਰਾਂ ਸਿੰਘ ਤੁਰਕਨ ਕੋ ਘਾਇਕੇ। ਜਾਂ ਬਿਦ ਕਰਤ ਜੰਗ ਲਰਤ, ਭਿਰਤ ਸਿੰਘ ਮਾਰਤ ਮਾਰਤ ਬਹੁ ਹੂਲ ਹਾਲ ਪਾਇਕੇ। ਦੌ ਦਿਸ਼ਾ ਤੁਰਕ ਪਹਾੜੀਏ ਲਰਤ ਜਾਏ, ਮਦ ਦਲ ਸਿੰਘਨ ਕਾ ਚੱਲਿਓ ਤਬ ਧਾਇਕੇ। या बिद लरत गए लाग दोई तीन, कोस सूरज अभयो छयो अंधकार आइके। ਭੰਗੂ ਜੀ ਲਿਖਦੇ ਹਨ ਕਿ ਸਿੰਘ ਮੋਰਚੇ 'ਤੇ ਜਦ ਜਾ ਪਏ ਤਾਂ ਉਹ ਅੱਗੋਂ ਨੱਠ ਗਏ। ਉਹਨਾਂ ਦੇ ਹਥਿਆਰ ਲੁੱਟ ਕੇ ਸੁੱਖਾ ਸਿੰਘ ਜੀ ਬੇਲੇ ਵਿੱਚ ਜਾ ਵੜੇ। ਜਾਂ ਰਾਤ ਹੋ ਗਈ, ਵੈਰੀਆਂ ਦੇ ਦਲ ਨੇ ਵਿਸ਼ਰਾਮ ਕੀਤਾ। ਸਿੰਘ ਵੀ ਇੱਕ ਲਾਂਬੇ ਡੇਰੇ ਲਾ ਬੈਠੇ। ਰਹੇ ਖਹੇ ਸਿੰਘ ਭੁੱਲੇ ਭਟਕੇ ਸਭ ਉੱਥੇ ਬੇਲੇ ਵਿੱਚ, ਜਿੱਥੇ ਸੁੱਖਾ ਸਿੰਘ ਜੀ ਪੁੱਜ ਗਏ ਸੇ ਇਕੱਠੇ ਹੋ ਗਏ। ਪਰ ਹਾਏ ਸ਼ੋਕ, ਸਾਰੇ ਰਾਤ ਦਿਨ ਦਾ ਕਠਨ ਯੁੱਧ, ਜਿਸ ਵਿੱਚ ਹਜ਼ਾਰਾਂ ਮਾਰੇ ਗਏ, ਅਣਗਿਣਤ ਜ਼ਖਮੀ ਹੋਏ, ਪੇਟੋਂ ਭੁੱਖੇ, ਦਿਨ ਦੇ ਥੱਕੇ ਟੁੱਟੇ, ਘਾਓ ਚੀਸਾਂ ਮਾਰਦੇ ਹਨ, ਜ਼ਖਮ ਤਰਾਟਾਂ ਖਾਂਦੇ ਹਨ। ਫੇਰ ਅਜੇ ਆਪਦਾ ਸਿਰ 'ਤੇ ਹੈ, ਪਰ ਵਾਹ ਅੰਮ੍ਰਿਤਧਾਰੀ ਸਿੰਘੋ, ਹਾਏ ਦੀ ਆਵਾਜ਼ ਨਹੀਂ ਨਿਕਲਦੀ। ਬਾਣੀਆਂ ਦੇ ਪਾਠ ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਇਸ ਵੇਲੇ ਸੁੰਦਰੀ, ਧਰਮ ਕੌਰ, ਮਾਈ ਸੱਦਾਂ, ਬੀਰਾਂ, ਧੰਮੋ ਆਦਿਕ ਸਾਰੀਆਂ ਸਿੰਘਣੀਆਂ ਫੱਟੇ ਹੋਏ ਭਰਾਵਾਂ ਦੇ ਘਾਵਾਂਪੁਰ ਤੇਲ ਤੇ ਮੱਲਮ ਦੇ ਫਹੇ ਰੱਖ ਰੱਖ ਕੇ ਪੱਟੀਆਂ ਬੰਨ੍ਹ ਰਹੀਆਂ ਹਨ। ਹਰੇਕ ਸਿੰਘ ਇੱਕ ਦੂਜੇ ਦੀ ਲੋੜ ਪੂਰੀ ਕਰਨ ਦੇ ਯਤਨ ਵਿੱਚ ਹੈ। ਇੱਥੇ ਇੱਕ ਪਿੰਡ ਨਜ਼ਰੀ ਪੈ ਗਿਆ। ਇਸ ਪਰ ਹੱਲਾ ਕਰਕੇ ਖਾਲਸੇ ਨੇ ਕੁਝ ਖਾਧਾ ਪੀਤਾ ਤੇ ਕੁਝ ਆਰਾਮ ਕੀਤਾ ਸੀ ਕਿ ਸਰਦਾਰ ਸ਼ਾਮ ਸਿੰਘ ਤੇ ਜੱਸਾ ਸਿੰਘ ਨੇ, ਜੋ ਅਜੇ ਘੋੜਿਆਂ ਪਰ ਹੀ ਸਨ, ਪੰਥ ਨੂੰ ਸਲਾਹ ਦਿੱਤੀ ਕਿ ਸਾਡੇ ਜ਼ਖਮ ਆਕੜ ਜਾਣਗੇ, ਭੁੱਖ ਦਾ ਦਬਾਓ ਨਿਰਮਲ ਕਰ ਦਿਓ ਤੇ ਸਵੇਰੇ ਵੈਰੀ ਸਾਨੂੰ ਹੱਥੋਂ ਹੱਥ ਮੁਕਾ ਦਿਓ। ਲੱਕ ਬੰਨੋ ਤਾਂ ਇਸ ਵੇਲੇ ਤੱਤੇ ਘਾਓ ਨਿਕਲ ਚੱਲੀਏ। ਇਹ ਸਲਾਹ ਪਕਾ ਖਾਲਸੇ ਨੇ ਅੱਧੀ ਰਾਤ ਵੇਲੇ ਫੇਰ ਚੜ੍ਹਾਈ ਕੀਤੀ। ਤੁਰਕਾਂ ਦੀ ਸੈਨਾ ਕੁਝ ਸੂਹ ਪਾ ਕੇ ਮਗਰ ਆਈ, ਪਰ ਜੋ ਝੱਲ ਵਿੱਚ ਵੜਿਆ ਸਿੰਘਾਂ ਮਾਰ ਲਿਆ, ਤੇ ਜੋ ਝੱਲੋਂ ਬਾਹਰ ਨਿਕਲਿਆ ਉਹਨਾਂ ਮਾਰ ਲਿਆ। ਹੁਣ ਖਾਲਸੇ ਨੇ ਮਤਾ ਪਕਾਇਆ ਕਿ ਹੇਠਾਂ ਨੂੰ ਨੱਠਦੇ ਚੱਲੋ, ਪਰ ਵੈਰੀ ਨਾਲ ਡਟ ਡਟ ਕੇ ਲੜਦੇ ਪੈਰ ਪਿੱਛੇ ਪਾਈ ਚੱਲੋ। ਇਸ ਤਰ੍ਹਾਂ ਖਾਲਸਾ ਦਲ ਝੱਲਾਂ ਦੀ ਆੜ ਵਿੱਚ ਹੇਠਾਂ ਨੂੰ ਵੱਧਦਾ ਦਿਨ ਹੋਣ ਤੋਂ ਅੱਗੇ ਅੱਗੇ ਇੱਕ ਸੰਘਣੇ ਝੱਲ ਵਿੱਚ ਧੱਸ ਗਿਆ ਤੇ ਜਾ ਵਿਸ਼ਰਾਮ ਕੀਤਾ। ਪਰ ਮਗਰੇ ਮਗਰ ਲਖਪਤ ਇੱਥੇ ਵੀ ਆ ਪਹੁੰਚਾ। ਪਹਿਲਾਂ ਤਾਂ ਝੱਲ ਦੇ ਬਾਹਰ ਡੇਰਾ ਕਰ ਦਿੱਤਾ, ਪਰ ਫਿਰ ਇੱਕ ਡੌਲ ਸੋਚੀ, ਵਗਾਰੀ ਲੋਕ ਫੜ ਕੇ ਅਤੇ ਦੇਸ਼ ਦੀ ਰਈਅਤ ਲਾਲਚ ਦੇ ਕੇ ਇਕੱਠੀ ਕੀਤੀ ਤੇ ਬੰਦੂਕਾਂ ਤੇ ਸੇਲੇ ਦੇ ਕੇ ਝੱਲ ਵਿੱਚ ਵਾੜ ਦਿੱਤੇ ਕਿ ਤੁਸੀਂ ਸਿੰਘਾਂ ਨੂੰ ਲੁੱਟ ਕੁੱਟ ਲਓ ਤੇ ਮਾਰ ਦਿਓ। ਉਹ ਬੇਲੇ ਵਿੱਚ ਆ ਬੜੇ ਤੇ ਲੱਗੇ ਤੰਗ ਕਰਨ। ਹੁਣ ਸੁੱਖਾ ਸਿੰਘ ਨੇ ਕਿਹਾ ਕਿ ਭਾਈ ਹੈ ਤਾਂ ਇਹ ਮੁਲਕ ਆ, ਪਰ ਸ਼ਸਤਰ ਲੈ ਕੇ ਪਿਆ ਹੈ। ਹੁਣ ਅੱਗੋਂ ਚੁੱਪ ਕੀਤੀ ਤਾਂ ਮਾਰੇ ਜਾਵਾਂਗੇ, ਇਹਨਾਂ ਨਾਲ ਯੁੱਧ ਰਚਾਓ। ਸੋ ਇੱਕ ਤੁਲਵਾਂ ਹੱਲਾ ਜਦ ਬੋਲਿਆ ਤਾਂ ਸਭ ਉੱਠ ਭੱਜੇ ਤੇ ਖਹਿੜਾ ਛੁੱਟ ਗਿਆ। ਉਹਨਾਂ ਦੇ ਸ਼ਸਤਰ ਤੇ ਘੋੜੇ ਖਾਲਸੇ ਦੇ ਹੱਥ ਬਹੁਤ ਆਏ। ਅੱਗੇ ਹੁਣ ਰਾਮੇ ਦਾ ਇਲਾਕਾ ਆ ਗਿਆ। ਉਹ ਖਾਲਸੇ ਦਾ ਵੈਰੀ ਸੀ।
ਸੋ ਦਰਿਆ ਟੱਪਣਾ ਹੀ ਇਸ ਵੇਲੇ ਦਾਨਾਈ ਸੀ। ਉੱਥੇ ਫੇਰ ਖਾਲਸੇ ਨੇ ਦੱਬਾਂ ਦੇ ਤੁਲੇ ਬਣਾ ਕੇ ਉਪਰਾਲੇ ਕਰ ਕਰਕੇ ਦਰਿਆ ਟੱਪਿਆ। 2-4 ਘੜੀਆਂ ਪਾਰ ਠਹਿਰ ਕੇ ਪਿਛਲਿਆਂ ਨੂੰ ਨਾਲ ਮੇਲ ਲਿਆ, ਪਰ ਜੋ ਹੋਰ ਮਗਰੋਂ ਆਏ ਕਈ ਨਦੀ ਵਿੱਚ ਰੁੜੇ। ਹੁਣ ਖਾਲਸਾ ਇਸ ਪਾਰ ਖੁੱਲ੍ਹੇ ਦੇਸ਼ ਵਿੱਚ ਆ ਗਿਆ, ਪਰ ਅੱਗੇ ਦਰਿਆ ਦੀ ਬਰੇਤੀ ਤਪ ਰਹੀ ਸੀ। ਦੁਖੀ ਖਾਲਸਾ ਮਾਰੂ ਥੱਲੇ ਵਿੱਚ ਕਾਬੂ ਵਿੱਚ ਆ ਗਿਆ। ਪਿੰਡੇ ਨੂੰ ਝੁਲਸਣੇ ਵਾਲੀ ਲੂੰ ਵਗੇ, ਪੈਰਾਂ ਨੂੰ ਲੂਹਣ ਵਾਲੀ ਰੇਤ ਠਾਠਾਂ ਮਾਰਦੀ ਦਿਸੇ। ਬ੍ਰਿਛ ਬੂਟੇ ਦਾ ਮੁਸ਼ਕ ਨਾ ਲੱਭੇ। ਸਵਾਰ ਤਾਂ ਅਜੇ ਤੁਰੇ ਜਾਣ, ਪੈਦਲਾਂ ਦਾ ਬੁਰਾ ਹਾਲ। ਔਰ ਜਿਨ੍ਹਾਂ ਦੀਆਂ ਜੁੱਤੀਆਂ ਵੀ ਗਵਾਚ ਚੁੱਕੀਆਂ ਸਨ, ਉਹਨਾਂ ਲਈ ਤਾਂ ਮੌਤ ਆ ਢੁੱਕੀ। ਕੱਪੜੇ ਪਾੜ ਪਾੜ ਪੈਰਾਂ ਨੂੰ ਬੰਨ੍ਹਣ। ਭਰਾਵਾਂ ਨਾਲ ਕੋਈ ਪੈਦਲ 10 ਕਦਮ ਘੋੜੇ 'ਤੇ ਚੜ੍ਹੇ, ਫਿਰ ਦੂਸਰਾ ਭਰਾ ਚੜ੍ਹੇ। ਇਸ ਤਰ੍ਹਾਂ ਦੁੱਖ ਆਪੋ ਵਿੱਚ ਵੰਡਦੇ ਸਾਡੇ ਜਿਹੇ ਨਾ ਸ਼ੁਕਰਿਆਂ ਨੂੰ ਜ਼ੁਲਮ ਤੋਂ ਛੁਡਾਉਣ ਲਈ ਆਪਣੇ ਸਰੀਰ ਪਰ ਕਸ਼ਟ ਝੱਲਦੇ ਬਹਾਦਰ। ਪਰ ਦੁੱਖਾਂ ਨਾਲ ਪੀੜਤ ਸਿੰਘ ਰੇਤ ਥਲਾਂ ਚੀਰਨ ਲੱਗੇ, ਯਥਾ ਪੰਥ ਪ੍ਰਕਾਸ਼। ਫਾਰ ਫਾਰ ਕਪਰੇ ਤਨ ਕੇਰੇ, ਬਾਂਦੇ ਨਿਜ ਨਿਜ ਪਗਨ ਚੁਫੇਰੇ। ਤੈਂ ਵੀ ਜਰੇ ਚਰਨ ਅਤ ਗੌਰੇ, ਚਿੱਲ ਚਲਾਇਆ ਸਿੰਘ ਆਗੇ ਦੌਰੇ। ਭੂਖ ਤਿਖਾ ਕਰ ਭਏ ਲਾਚਾਰੀ, ਕਾਮ ਪਰੇ ਊਪਰ ਤੇ ਭਾਰੀ। ਯਾ ਬਿਧਿ ਪਾਏ ਮੁਸੀਬਤ ਕੀਤੀ, ਦਲ ਸਿੰਘਨ ਕਾ ਲਖਿਓ ਬਰੇਤੀ। ਹੁਣ ਸਿੰਘ ਦੁੱਖ ਭੋਗਦੇ ਮਾਝੇ ਵਿੱਚ ਜਾ ਅਪੜੇ, ਪਰ ਇੱਥੇ ਆਰਾਮ ਨਹੀਂ ਸਨ ਕਰ ਸਕਦੇ, ਕਿਉਂਕਿ ਲਖਪਤ ਦੇ ਮਗਰ ਮਗਰ ਆਉਣ ਦਾ ਡਰ ਸੀ। ਸੋ ਸਿੰਘ ਦੱਬੀ ਗਏ, ਬਿਆਸਾ ਟੱਪੇ, ਫਿਰ ਧਾਓ ਧਾਈ ਸਤਲੁਜ ਪਾਰ ਹੋ ਮਾਲਵੇ ਵਿੱਚ ਵੜ ਗਏ। ਹੁਣ ਲਖਪਤ ਨਿਰਾਸ਼ ਹੋ ਲਾਹੌਰ ਮੁੜ ਗਿਆ। ਮਾਲਵੇ ਦੇ ਪਾਣੀ ਤੇ ਛਾਂਹੀਨ ਬਣ ਉਸ ਸਮੇਂ ਵੱਡੇ ਕਸ਼ਟ ਦੇ ਦਾਤੇ ਹੁੰਦੇ ਸਨ। ਲੱਖੂ ਦਾ ਪਿੱਛਾ ਕਰ ਸਕਣਾ ਕਠਨ ਸੀ। ਦੂਜੇ ਦਰਿਆਓਂ ਪਾਰ ਇਲਾਕਾ ਸਰਹੰਦ ਦੇ ਸੂਬੇ ਦਾ ਹੋ ਜਾਂਦਾ ਸੀ। ਪੰਜਾਬ ਦੇ ਸੂਬੇ ਦੀਆਂ ਫੌਜਾਂ ਦੂਜੇ ਸੂਬੇ ਵਿੱਚ ਸਿੰਘਾਂ ਦੇ ਚਲੇ ਜਾਣ ਕਰਕੇ ਪਿੱਛਾ ਨਹੀਂ ਕਰਿਆ ਕਰਦੀਆਂ ਸਨ। ਇਸ ਕਰਕੇ ਵੀ ਲਖਪਤ ਮੁੜ ਗਿਆ, ਲਾਹੌਰ ਮੁੜ ਗਿਆ। ਪਰ ਪੜੋਲ ਤੋਂ ਕਠੂਏ ਆਦਿ ਥਾਵਾਂ ਤੋਂ ਬਹੁਤੇ ਸਿੰਘ ਥੱਕੇ ਟੁੱਟੇ ਜ਼ਖਮੀ ਤੇ ਹੋਰ ਜੋ ਪਕੜੇ ਗਏ ਲਾਹੌਰ ਲੈ ਆਇਆ ਸੀ। ਇਨ੍ਹਾਂ ਨੂੰ ਇਸਨੇ ਦਿੱਲੀ ਦਰਵਾਜ਼ੇ ਦੇ ਬਾਹਰ ਮਰਵਾ ਦਿੱਤਾ। ਲਖਪਤ ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ ਕਈ ਗੱਡੇ ਲਾਹੌਰ ਲਿਆਇਆ ਸੀ, ਜਿਨ੍ਹਾਂ ਨਾਲ ਖੂਹ ਭਰੇ ਤੇ ਬੁਰਜ ਉਸਾਰੇ ਸਨ। ਜਿੱਥੇ ਸਿੰਘ ਮਾਰੇ ਗਏ ਸਨ ਉੱਥੇ ਤਦੋਂ ਘੋੜ ਮੰਡੀ ਸੀ, ਹੁਣ ਲੰਡਾ ਬਾਜ਼ਾਰ ਹੈ ਤੇ ਸ਼ਹੀਦਗੰਜ ਵੀ ਹੈ। ਭੰਗੂ ਜੀ ਲਿਖਦੇ ਹਨ, ਪਾਸ ਨਵਾਬ ਗਏ ਥੇ ਸਾਰੇ, ਉਨਕੇ ਸੀਸਨ ਬੁਰਜ ਉਸਾਰੇ। ਉਧਰ ਮਾਲਵੇ ਅੱਪੜ ਕੇ ਖਾਲਸੇ ਦੇ ਜਥੇ ਅੱਡ ਅੱਡ ਪਿੰਡੀ ਖਿੰਡ ਗਏ। ਮਾਲਵੇ ਵਿੱਚ 3,000 ਸਿੰਘ ਪੁੱਜਾ ਸੀ, ਬਾਕੀ ਮਾਰੇ ਗਏ ਸਨ। ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਤ ਭਰਾਵਾਂ ਦੀ ਵੱਡੀ ਆਗਤ ਭਾਗਤ ਕੀਤੀ। ਜ਼ਖਮੀਆਂ ਦੇ ਇਲਾਜ ਹੋਣ ਲੱਗੇ, ਦੁਰਬਲਾਂ ਦੀ ਪਾਲਣਾ ਹੋਣ ਲੱਗੀ। ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸ ਨੂੰ ਜਰਜਰਾ ਕਰ ਦਿੱਤਾ ਸੀ, ਉਹਨਾਂ ਮਾਲਵੇ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਕੇ ਉਹਨਾਂ ਨੂੰ ਫੇਰ ਬਲੀ ਕਰ ਦਿੱਤਾ। ਫੂਲ ਮਹਾਰਾਜ ਦੇ ਇਲਾਕੇ ਵਿੱਚ ਸਰਦਾਰ ਸ਼ਾਮ ਸਿੰਘ ਦਾ ਜਥਾ ਉਤਰਿਆ। ਕਪੂਰ ਸਿੰਘ ਦਾ ਵਿਯੋਕੇ ਜੱਸਾ ਸਿੰਘ ਨੇ ਜੈਤੋਂ ਕੇ ਡੇਰਾ ਕਰਕੇ ਇਲਾਜ ਕਰਾਇਆ ਤੇ 5 ਕੁ ਮਹੀਨਿਆਂ ਵਿੱਚ ਟੰਗ ਵਲ ਹੋ ਗਈ। ਜੋ ਸਿੰਘ ਪਹਾੜੀ ਚੜ੍ਹ ਗਏ ਸਨ, ਭੇਸ ਵਟਾ ਵਟਾ ਕੇ ਇੱਥੇ ਖਾਲਸੇ ਨੂੰ ਆ ਮਿਲੇ। ਸਿੰਘ ਸਮਾਂ ਪਾ ਕੇ ਫੇਰ ਤਿਆਰ ਬਰ ਤਿਆਰ ਹੋ ਗਏ। ਇਹ ਸਮਾਚਾਰ ਜੇਠ ਸੰਮਤ 1803 ਬਿਕਰਮੀ ਸੰਮਤ ਵਿਖੇ ਹੋਏ ਸਨ, ਔਰ ਇਹ ਯੁੱਧ ਛੋਟੇ ਘੱਲੂਘਾਰੇ ਦੇ ਨਾਮ ਤੋਂ ਪ੍ਰਸਿੱਧ ਹੈ।